सूते फस गए मुख मंत्री भगवंत मान क्योंकि अज मुख मंत्री भगवंत मान नूं तनखाहीआ करार दे दिता गया। सिख धर्म दे विच तनखाहीआ करार देना बहुत वड्डी गल है, पर जिन्हां दे वल्लों तनखाहीआ करार दिता गया कि वो आप उस जिहड़ा सज़ा दे देण दे हकदार हैगे आ ਜਾਂ नहीं हैगे, ਜਾਂ मुख मंत्री भगवंत मान ने उन्हां नूं की दर्जा दिता सी, किवें कसूते फसे आ मुख मंत्री भगवंत मान, गल आपां इस ते करनी है। तो उधर नवें जिहड़े सूरजी ऊर्जा के जिहड़े बिजली समझौते होए आ उहदे ते भी हुण कई तरीके दे खुलासे हो रहे आ, किवें रसूखदार किवें पंजाब सरकार दे अफसर ते लीडर जिहड़े आ इस सूरजी ऊर्जा दे जिहड़े आ मालक बने हुए आ, किवें एक दूजे नूं फायदा पहुंचाया जा रहा, उस ते भी जिहड़ी गल करांगे। तो उधर विधान सभा दे विच जिहड़ी कार्रवाई चलदी है वो अनएडिट ही चल रही है। ये समझावांगे कि है की आ 4.5 साल तो वड्डी ये खामी पाई जा रही है, वो समझावांगे किवें किहदे वल्लों इस सरकार दे वल्लों भी पाई जा रही है। सारी खबर ते चर्चा करांगे। मेरे नाल मालविंदर सिंह माली साहब जुड़ चुके हैं। सब तो पहला स्वागत करदा माली साहब, स्वागत है तुहाडा प्रोग्राम दे विच। शुक्रिया जी, सत श्री अकाल सुखविंदर जी। सत श्री अकाल सर शुरुआत है ना जी आपां भगवंत मान वाली खबर तो ही करनी है। भगवंत मान साहब नूं अज तनखाहीआ करार कर दिता गया सर, ते तनखाहीआ करार किया गया मुतवाजी जथेदार ध्यान सिंह मंड होरां दे वल्लों। हालांकि बहुते लोग ये सोच रहे हैं कि ध्यान सिंह मंड होरां दे वल्लों तनखाहीआ करार किया जाना कोई बहुता मायने रखदा नहीं, क्योंकि असली जथेदार तो कोई होर है, ये तो मतवाजी है जिन्हां नूं कोई मनदा नहीं। पर मुख मंत्री साहब ने जिस तरीके दे नाल ध्यान सिंह मंड होरां नूं चिट्ठियां लिखियां, वो खुद मानता दिंदे रहे आ पहलां इस जथेदार साहब नूं, ते हुण जदों उन्हां दे वल्लों तनखाहीआ करार दिते गए आ तां हुण कसूते फस गए भगवंत मान। हुण की राह हैगा, की बनूगा इस पूरे मामले 'ਚ? देखो सुखविंदर जी, वो एक पंजाबी दी कहावत है ना, आपे फाथड़ीए तैनूं कौन छडावे। ਇਹ ਭਗਵੰਤ ਮਾਨ ਨੂੰ ਨਾ ਉਜੜੀਆਂ ਖੱਡਾਂ 'ਚ ਹੱਥ ਪਾਉਣ ਦਾ ਸ਼ੌਂਕ ਹੈਗਾ ਬਾਂਦਰ ਵਾਂਗੂ। ਜਿਹੜੀ ਗੱਲ ਦਾ ਇਹਨੂੰ ਪਤਾ ਨਹੀਂ ਹੁੰਦਾ, ਜਿਹਦੇ ਇਹ ਨਹੀਂ ਪਤਾ ਹੁੰਦਾ ਇਹਦੀਆਂ ਅਰਥ ਸੁਭਾਵਨਾ ਕੀ ਨੇ, ਕਈ ਵਾਰ ਉੱਥੇ ਜਾ ਕੇ ਇਹ ਖੌਰੂ ਪਾਉਣ ਲੱਗ ਜਾਂਦਾ। ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਦੇਣ ਦਾ ਜਿਹੜਾ ਇਹਨੇ ਬੀੜਾ ਚੁੱਕਿਆ ਸੀ, ਬਿੱਲ ਪਾਸ ਕੀਤਾ ਸੀ, ਉਹਦੀ ਹੋਣੀ ਕੀ ਬਣੀ ਤੁਹਾਡੇ ਸਾਹਮਣੇ ਆ। ਹੁਣ ਇਹਦਾ ਰੌਲਾ ਸ਼੍ਰੋਮਣੀ ਕਮੇਟੀ ਨਾਲ ਆ, ਇਹਦਾ ਰੌਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਆ, ਪਰ ਇਹ ਜਥੇਦਾਰੀ ਦੇ ਮਾਮਲੇ ਦੇ ਵਿੱਚ ਇਹਨੇ ਇੱਕ ਹਿਸਾਬ ਨਾਲ ਪੰਜਾਬ ਸਰਕਾਰ ਵੱਲੋਂ ਮੁਤਵਾਜੀ ਜਥੇਦਾਰ ਨੂੰ ਮਾਨਤਾ ਦਿੱਤੀ, ਚਿੱਠੀ ਲਿਖੀ, ਤੇ ਜਿਹੜੇ ਜਥੇਦਾਰ ਦੂਜੇ ਨੇ ਕਾਨੂੰਨੀ ਤੌਰ ਤੇ ਨੇ ਉਹਨਾਂ ਦੀ ਲਗਾਤਾਰ ਇਹ ਆਲੋਚਨਾ ਕਰਦਾ ਰਿਹਾ ਪਹਿਲੇ ਸਮੇਂ ਦੇ ਵਿੱਚ। ਹੁਣ ਜਦੋਂ ਤੁਸੀਂ ਖੁਦ ਇੱਕ ਸਿੱਖ ਦੇ ਤੌਰ ਤੇ, ਇੱਕ ਮੁੱਖ ਮੰਤਰੀ ਦੇ ਤੌਰ ਤੇ ਉਹਨੂੰ ਮਾਨਤਾ ਦਿੱਤੀ ਆ, ਤਾਂ ਕੁਦਰਤੀ ਤੌਰ ਤੇ ਉਹਦੇ ਵੱਲੋਂ ਜਿਹੜਾ ਵੀ ਫੈਸਲਾ ਲਿਆ ਗਿਆ, ਸਹੀ ਗਲਤ ਵੱਖਰੀ ਗੱਲ ਆ, ਉਹਦਾ ਕੋਈ ਨਾ ਕੋਈ ਅਸਰ ਜਾਂ ਨਤੀਜਾ ਤਾਂ ਭਗਵੰਤ ਮਾਨ ਨੂੰ ਭੁਗਤਣਾ ਹੀ ਪੈਣਾ ਨਾ ਜੀ। ਭੁਗਤਣਾ ਪਊਗਾ, ਬਿਲਕੁਲ। ਇਹ ਵੱਖਰੀ ਗੱਲ ਆ ਕਿ ਧਿਆਨ ਸਿੰਘ ਮੰਡਾ ਜਿਹੜਾ ਜਿਹੜੀਆਂ ਧਿਰਾਂ ਨੇ ਉਹ ਜਥੇਦਾਰ ਚੁਣਿਆ, ਚੱਬੇ ਸਰਬੱਤ ਖਾਲਸੇ ਨੇ ਜਥੇਦਾਰ ਚੁਣਿਆ, ਇਹਦੇ ਨਾਲ ਐਕਟਿੰਗ ਜਥੇਦਾਰ, ਇਹਨੂੰ ਐਕਟਿੰਗ ਜਥੇਦਾਰ ਚੁਣਿਆ ਹਵਾਰਾ ਸਾਹਿਬ ਦੀ ਥਾਂ, ਕੰਮ ਚਲਾਊ ਉਦੋਂ ਤੱਕ। ਇਹਦੇ ਨਾਲ ਦੇ ਜਥੇਦਾਰ ਦੋ ਚੁਣੇ, ਤਖਤ ਤਲਵੰਡੀ ਸਾਬੋ ਦੇ ਤੇ ਅਨੰਦਪੁਰ ਸਾਹਿਬ ਦੇ, ਉਹ ਤਾਂ ਜਥੇਦਾਰੀਆਂ ਛੱਡ ਕੇ ਆਪੋ ਆਪਣੇ ਕੰਮਾਂ ਤੇ ਲੱਗ ਗਏ। ਇਹ ਹਾਲੇ ਉਸੇ ਗੱਲ ਨੂੰ ਚਿੰਬੜਿਆ ਹੋਇਆ। ਹਾਲਾਂਕਿ ਹਵਾਰਾ ਸਾਹਿਬ ਵੱਲੋਂ ਇੱਕ ਆਪਣੀ ਗੈਰ ਹਾਜ਼ਰੀ 'ਚ ਕਮੇਟੀ ਬਣਾਈ ਗਈ ਆ ਜਿਹੜੀ ਕੰਮ ਕਰਦੀ ਆ, ਤੇ ਉਹ ਕਮੇਟੀ ਦੀ ਸਹਾਇਤਾ ਨਾਲ ਬੰਦੀ ਸਿੰਘਾਂ ਦਾ ਮੋਰਚਾ ਵੀ ਲੱਗਿਆ ਹੋਇਆ। ਧਿਆਨ ਸਿੰਘ ਮੰਡ ਉੱਥੇ ਤਾਂ ਅੱਜ ਤੱਕ ਗਿਆ ਨਹੀਂ। ਦੂਜਾ ਇਹ ਜਥੇਦਾਰ ਨਾਲ ਏਕਤਾ ਦੀਆਂ ਅਪੀਲਾਂ ਕਰਦਾ ਜਾਂ ਹੋਰ ਇੰਨੀਆਂ ਜਿਹੀਆਂ ਗੱਲਾਂ ਕਰਦਾ। ਸੋ ਇਹ ਗੱਲ ਠੀਕ ਆ। ਜਿਹੜੇ ਮੋਰਚੇ 'ਚ ਗਏ ਸੀ ਬਰਗਾੜੀ ਮੋਰਚੇ ਦੇ ਮਾਲੀ ਸਾਹਿਬ, ਉੱਥੇ ਵੀ ਬੜੇ ਸਵਾਲ ਖੜੇ ਹੋਏ ਸੀ ਇਹਨਾਂ ਤੇ। ਹਾਂ ਨਹੀਂ, ਹਾਂ ਉੱਥੇ ਵੀ ਸਵਾਲ ਖੜੇ ਹੋਏ ਸੀ। ਮੈਂ ਜਿਹੜਾ ਕੌਮੀ ਇਨਸਾਫ ਮੋਰਚਾ, ਮੈਂ ਉਹਦੀ ਵੀ ਗੱਲ ਕਰਦਾ। ਸੋ ਇਸ ਕਰਕੇ ਨੈਤਿਕ ਤੌਰ ਤੇ, ਸਿਧਾਂਤਕ ਤੌਰ ਤੇ, ਕਾਨੂੰਨੀ ਤੌਰ ਤੇ ਇਹ ਅਖਤਿਆਰ ਵਰਤਣ ਦਾ ਧਿਆਨ ਸਿੰਘ ਮੰਡ ਨੂੰ ਕੋਈ ਹੱਕ ਨਹੀਂ। ਜੇ ਮੰਨ ਵੀ ਲਈਏ ਵੀ ਉਹ ਕਾਰਜਕਾਰੀ ਜਥੇਦਾਰ ਬਣਾ ਹੋਇਆ, ਕਿਉਂਕਿ ਨਾ ਉਹਨੂੰ ਕਿਸੇ ਨੇ ਚਾਰਜ ਸੰਭਾਲਿਆ, ਨਾ ਕਿਸੇ ਨੇ ਉਹਨੂੰ ਮਾਨਤਾ ਦਿੱਤੀ ਆ। ਜਿਹੜੀਆਂ ਧਿਰਾਂ ਨੇ ਮਾਨਤਾ ਦਿੱਤੀਆਂ ਸੀ ਉਹ ਸਾਰੀਆਂ ਇਹਦੇ ਨਾਲੋਂ ਪਿੱਛੇ ਹਟ ਗਈਆਂ। ਪਰ ਇਹ ਭਗਵੰਤ ਮਾਨ ਦੀ ਜਿਹੜੀ ਆਮ ਸੂਝ ਆ, ਉਹ ਤੇ ਤਾਂ ਸਵਾਲ ਉਠਾਉਂਦੀ ਆ ਨਾ ਵੀ ਤੈਨੂੰ ਇਹਨਾਂ ਮਾਮਲਿਆਂ ਦੀ ਕਿੰਨੀ ਕੁ ਅਕਲ ਆ, ਤੂੰ ਕੀ ਗੱਲਾਂ ਕਰਦਾ। ਹੁਣ ਪਹਿਲਾਂ ਵੀ ਜਥੇਦਾਰ ਸੱਦੇ ਸੀ, ਮਤਲਬ ਜਦੋਂ ਬਰਗਾੜੀ ਵੇਲੇ, ਉਦੋਂ ਠੀਕ ਆ, ਮੰਤਰੀ ਗਏ, ਉਹਨਾਂ ਨੇ ਚਿੱਠੀਆਂ ਦਿੱਤੀਆਂ, ਉਹਨੇ ਫੇਰ ਕਿਹਾ, ਮੰਤਰੀਆਂ ਨੇ ਕਿਹਾ ਸਾਡਾ ਕੋਈ ਕਸੂਰ ਨਹੀਂ, ਅਮਰਿੰਦਰ ਨਾਲ ਗੱਲ ਕਰੋ। ਅਮਰਿੰਦਰ ਨੇ ਉਹਦੀ ਕੋਈ ਗੱਲ ਹੀ ਨਹੀਂ ਸੁਣੀ।
ਸੋ ਇਸ ਕਰਕੇ ਵੱਡਾ ਜਾਂ ਛੋਟਾ ਪਰ ਉਹਨਾਂ ਨੇ ਪਰ ਉਹਨਾਂ ਨੇ ਇਹ ਵੀ ਗੱਲ ਮਾਲੀ ਸਾਹਿਬ ਕਹੀ ਸੀਗੀ, ਉਹਨਾਂ ਨੇ ਥੋੜਾ ਹਿਸਾਬ ਕੀਤਾ ਸੀ ਕਿ ਤੁਹਾਨੂੰ ਜਿਹੜਾ ਉਹ ਮਾਨਤਾ ਨਹੀਂ ਹੈ, ਇਹੋ ਜਿਹੀਆਂ ਵੀ ਗੱਲਾਂ ਉਹਨਾਂ ਨੇ ਲਿਖੀਆਂ ਸੀ ਆਪਣੀ ਚਿੱਠੀ ਦੇ ਵਿੱਚ ਉਹਦੇ ਮੰਤਰੀਆਂ ਨੇ, ਪਰ ਮੁੱਖ ਮੰਤਰੀ ਸਾਹਿਬ ਨੇ ਚਿੱਠੀਆਂ ਲਿਖ ਕੇ ਮਾਨਤਾ ਹੀ ਦੇਤੀ। ਹਾਂ ਜੀ ਹਾਂ, ਬਿਲਕੁਲ। ਅਮਰਿੰਦਰ ਨੇ ਨੋਟਿਸ ਨਹੀਂ ਲਿਆ ਚਿੱਠੀਆਂ ਦਾ, ਉਹਨੇ ਕੋਈ ਜਵਾਬ ਹੀ ਨਹੀਂ ਦਿੱਤਾ। ਪਤਾ ਨਹੀਂ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਵੀ ਹੈ ਜਾਂ ਨਾ ਕੀਤੀ ਆ। ਮੰਡ ਸਾਹਿਬ ਇੱਕ ਵਾਰ ਕਹਿੰਦੇ ਸੀ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਆ। ਸੋ ਇਹਦਾ ਉਸ ਪੱਖੋਂ ਤਾਂ ਕੋਈ ਅਸਰ ਨਹੀਂ ਜੇ ਆਪਾਂ ਕਹੀਏ ਵੀ ਖਾਲਸਾ ਪੰਥ ਤੇ ਹੋਰ ਤੇ, ਪਰ ਭਗਵੰਤ ਮਾਨ ਦੇ ਉੱਤੇ ਨੈਤਿਕ ਤੌਰ ਤੇ ਇਹਦਾ ਅਸਰ ਹੋਊ ਤੇ ਇਹ ਉਲੰਭਾ ਉਹਨੂੰ ਜਾਊ। ਜੇ ਤੂੰ ਇੱਕ ਸਿੱਖ ਦੇ ਤੌਰ ਤੇ ਜਥੇਦਾਰ ਨੂੰ ਪੇਸ਼ ਹੋਇਆ, ਉਹਨੂੰ ਮਾਨਤਾ ਦਿੱਤੀ ਆ, ਫਿਰ ਉਹਦਾ ਹੁਕਮ ਹੁਣ ਲਾਗੂ ਕਰ। ਭੱਜੂ ਕਿਵੇਂ ਇੱਥੋਂ ਇਹ? ਹੁਣ ਉੱਥੇ ਪੁਆਇੰਟ ਵੀ ਲਿਖ ਕੇ ਦਿੱਤੇ ਹੋਇਆ ਚਿੱਠੀ ਦੇ ਕਿ ਮੈਂ ਸਿੱਖ ਧਰਮ ਦੇ ਵਿੱਚ ਆਸਥਾ ਰੱਖਦਾ, ਮੈਂ ਕੋਈ ਵੀ ਦਖਲਅੰਦਾਜ਼ੀ ਨਹੀਂ। ਜਿਹੜੀ ਚਿੱਠੀ ਦੇ ਰਾਹੀਂ ਉਹਨਾਂ ਨੇ ਆਪਣੇ ਜਿਹੜੀ ਸਫਾਈ ਵੀ ਦਿੱਤੀ ਸੀ ਧਿਆਨ ਸਿੰਘ ਮੰਡ ਹੋਰਾਂ ਨੂੰ। ਇਹ ਵੀ ਕਿਹਾ ਜਾ ਸਕਦਾ ਸੀ ਕਿ ਮੰਡ ਸਾਹਿਬ, ਮੈਂ ਚਿੱਠੀ ਜਿਹੜੀ ਕੌਮ ਨੂੰ ਪਾਉਣਾ ਚਾਹੁੰਦਾ, ਤੁਸੀਂ ਦੋ ਜਥੇਦਾਰ ਹੋ, ਇਸ ਕਰਕੇ ਮੈਂ ਇੱਕ ਕੋਲੇ ਪੇਸ਼ ਹੋ ਕੇ ਮੈਂ ਕੌਮ ਨੂੰ ਦਚਿੱਤੀ 'ਚ ਨਹੀਂ ਪਾਉਣਾ ਚਾਹੁੰਦਾ ਕੌਣ ਆ ਜਾਂ ਕਿੱਦਾਂ, ਇਹ ਵੀ ਕਿਹਾ ਜਾ ਸਕਦਾ ਸੀ। ਪਰ ਇਹਨਾਂ ਨੇ ਮੰਡ ਸਾਹਿਬ ਨੂੰ ਸਫਾਈ ਦਿੱਤੀ। ਉਦੋਂ ਬਾਅਦ 'ਚ ਮੰਡ ਸਾਹਿਬ ਉਹਨਾਂ ਨੇ ਸਫਾਈ ਪੜ੍ਹ ਕੇ ਵੀ ਸੁਣਾਈ ਹੈ, ਔਰ ਸਫਾਈ ਪੜ੍ਹਨ ਤੋਂ ਬਾਅਦ ਉਹਨਾਂ ਨੇ ਤਨਖਾਹੀਆ ਕਰਾਰ ਕਰ ਦਿੱਤਾ। ਹਾਂ ਬਿਲਕੁਲ, ਇਹ ਤਾਂ ਆ ਵੈਲ ਬੁਝੇ ਮਾਰੇ ਨੇ ਆਪੇ ਕਿਹਾ ਜੀ, ਤੇ ਹੁਣ ਭੁਗਤੇ ਨਤੀਜੇ। ਬਿਲਕੁਲ। ਚਲੋ ਅਗਲੀ ਖਬਰ, ਮਾਫ ਕਰਨਾ, ਮੈਂ ਅਗਲੀ ਖਬਰ ਤੋਂ ਪਹਿਲਾਂ ਹੁਣ ਮੈਂ ਇੱਥੇ ਹੀ ਆਊਂ ਥੋੜਾ ਜਿਹਾ, ਮੈਂ ਇੱਥੇ ਮਾਲੀ ਸਾਹਿਬ ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਟੇ ਕੀ ਨਿਕਲ ਸਕਦੇ ਆ, ਕੀ ਮੁੱਖ ਮੰਤਰੀ ਸਾਹਿਬ ਦਾ ਕੀ ਜਵਾਬ ਇਹ ਤੇ ਰਹਿ ਸਕਦਾ ਜਾਂ ਕੀ ਐਕਸ਼ਨ, ਜਦੋਂ ਮਾਲੀ ਸਾਹਿਬ ਤਨਖਾਹੀਆ ਕਰਾਰ ਦੇ ਦਿੱਤਾ ਜਾਂਦਾ ਹੈ, ਜਦੋਂ ਤੁਸੀਂ ਤਾਂ ਕਾਫੀ ਲੰਬਾ ਸਮਾਂ ਇਸ ਚੀਜ਼ ਨੂੰ ਦੇਖਦੇ ਰਹੇ ਹੋ, ਜਦੋਂ ਅੱਗੇ ਕਦੇ ਕਿਸੇ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਤਾਂ ਉਦੋਂ ਫਿਰ ਅਗਲਾ ਜਿਹੜਾ ਪ੍ਰੋਸੀਜਰ ਕੀ ਹੁੰਦਾ, ਕਿਵੇਂ ਬੰਦੇ ਨੂੰ ਤਨਖਾਹ ਲੱਗਦੀ ਹੈ ਤੇ ਕੀ ਕੁਝ ਕਰਨਾ ਪੈਂਦਾ ਹੈ, ਉਹ ਥੋੜਾ ਜਿਹਾ ਤੁਸੀਂ ਦੱਸ ਸਕਦੇ ਹੋ ਕਿ ਮੁੱਖ ਮੰਤਰੀ ਸਾਹਿਬ ਨੂੰ ਆਉਣ ਵਾਲੇ ਦਿਨਾਂ 'ਚ ਜੇ ਉਹਨਾਂ ਨੇ ਮਾਨਤਾ ਦਿੱਤੀ ਆ ਮੰਡ ਸਾਹਿਬ ਨੂੰ, ਤਾਂ ਫਿਰ ਕੀ ਉਹਨਾਂ ਦੀ ਸਜ਼ਾ ਮੰਨਣਗੇ, ਤਾਂ ਕੀ ਹੋ ਸਕਦੀ ਇਹਦੇ ਵਿੱਚ ਸਜ਼ਾ ਤਨਖਾਹੀਆ? ਦੇਖੋ ਮੰਡ ਸਾਹਿਬ ਨੇ ਕੀ ਬੋਲਿਆ ਇਹ ਤਾਂ ਨਹੀਂ ਮੈਂ ਹਾਲੇ ਤੱਕ ਸੁਣਿਆ, ਸਿਰਫ ਖਬਰੇ ਸੁਣੀਆਂ। ਪਰ ਜਦੋਂ ਕਿਸੇ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਤਾਂ ਖਾਲਸਾ ਪੰਥ ਨੂੰ ਉਹਦੇ ਨਾਲ ਹਰ ਕਿਸਮ ਦੀ ਸਾਂਝ ਆ ਜਿਹੜੀ ਉਹ ਤੋੜਨ ਦੀ ਗੱਲ ਕੀਤੀ ਜਾਂਦੀ ਆ ਵੀ ਕਿਸੇ ਨੇ ਇਹਦੇ ਨਾਲ ਸਾਂਝ ਨਹੀਂ ਰੱਖਣੀ। ਫਿਰ ਜੇ ਉਹ ਬੰਦਾ ਅਕਾਲ ਤਖਤ ਤੇ ਪੇਸ਼ ਹੁੰਦਾ, ਆਪਣੀ ਗਲਤੀ ਸਵੀਕਾਰ ਕਰਦਾ, ਫਿਰ ਉਹਨੂੰ ਜੋ ਵੀ ਢੁਕਵੀਂ ਸਜ਼ਾ ਉਹ ਲਾਈ ਜਾਂਦੀ ਆ। ਉਹ ਸਜ਼ਾ ਪੂਰੀ ਕਰਨ ਤੋਂ ਬਾਅਦ ਉਹ ਦੋਸ਼ ਮੁਕਤ ਕੀਤਾ ਜਾਂਦਾ। ਆਮ ਰਵੱਈਆ ਤਾਂ ਇਹੀ ਹੈਗਾ ਜੀ। ਤਾਂ ਕੀ ਮੁੱਖ ਮੰਤਰੀ ਸਾਹਿਬ ਨੂੰ ਹੁਣ ਫਿਰ ਮੰਨਣੀ ਚਾਹੀਦੀ ਹੈ ਫਿਰ ਉਹਨਾਂ ਦੀ ਗੱਲ, ਤਨਖਾਹੀਆ ਸਜ਼ਾ ਜਾ ਕੇ ਲੈਣੀ ਚਾਹੀਦੀ ਹੈ ਜੇ ਮਾਨਤਾ ਦਿੱਤੀ ਹੋਈ ਹੈ? ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕਰਨਾ ਜੀ। ਉਹਨੂੰ ਤਾਂ ਚਿੱਠੀ ਲਿਖਣ ਦੀ ਵੀ ਲੋੜ ਨਹੀਂ ਸੀ, ਮੰਡ ਨੂੰ ਸਫਾਈ ਦੇਣ ਦੀ ਵੀ ਲੋੜ ਨਹੀਂ ਸੀ, ਨਾਲੇ ਉਹ ਕਿਹੜਾ ਕਿਸੇ ਦੀ ਸੁਣਦਾ। ਬਿਲਕੁਲ ਜੀ। ਅਗਲੀ ਖਬਰ ਮੈਂ ਲੈਣੀ ਚਾਹੂੰਗਾ ਮਾਲੀ ਸਾਹਿਬ, ਅਗਲੀ ਖਬਰ ਇਹ ਹੈ ਕਿ ਜਿਹੜੇ ਸੂਰਜੀ ਊਰਜਾ ਦੇ ਜਿਹੜੇ ਸੁਦਾਗਰ ਹੈ ਪੰਜਾਬ ਦੇ ਵੱਡੇ ਰਸੂਖਵਾਨ ਬਣੇ ਹੋਏ ਹੈ ਤੇ 102 ਸਮਝੌਤੇ ਹੁਣ ਤੱਕ ਹੋ ਚੁੱਕੇ ਆ। 91-92 ਜਿਹੜੇ ਅਕਾਲੀਆਂ ਮੌਕੇ, 8 ਜਿਹੜੇ ਇਸ ਸਰਕਾਰ ਦੇ ਹੋ ਗਏ ਆ ਤੇ 2 ਕਾਂਗਰਸ ਮੌਕੇ। ਤੇ ਕਹਿੰਦੇ ਕਿ ਜਿਹੜੇ ਸੂਰਜੀ ਊਰਜਾ ਦੇ ਸੁਦਾਗਰ ਹੈ ਇਹ ਵੱਡੇ ਵੱਡੇ ਰਸੂਖਦਾਰ ਨੇ। ਇੱਕ ਮੰਤਰੀ ਦੀ ਪਤਨੀ ਵੀ ਦੱਸੀ ਜਾ ਰਹੀ ਹੈ। ਜਿਹੜਾ ਸਮਝੌਤਾ 2015 ਦੇ ਵਿੱਚ ਅਕਾਲੀ ਸਰਕਾਰ ਮੌਕੇ ਹੋਇਆ, ਜਿਹੜਾ ਸੂਰਜੀ ਊਰਜਾ ਦੀ ਕੰਪਨੀ ਸੀਗੀ, ਜਿਹੜਾ ਸਮਝੌਤਾ ਹੋਇਆ ਸਰਕਾਰ ਦਾ, ਉਸ ਕੰਪਨੀ ਦੇ ਵਿੱਚ ਅਮਨ ਅਰੋੜਾ ਮੰਤਰੀ ਦੀ ਜਿਹੜੀ ਪਤਨੀ ਆ ਉਹਦੇ ਵੀ ਸ਼ੇਅਰ ਹੈਗੇ ਆ, ਹੋਰ ਵੱਡੇ IAS ਅਧਿਕਾਰੀਆਂ ਦੇ ਵੀ ਜਿਹੜੇ ਉਹਦੇ ਵਿੱਚ ਸ਼ੇਅਰ ਹੈਗੇ। ਹਾਲਾਂਕਿ ਉਹ ਜਿਹੜੇ ਸਮਝੌਤੇ ਹੋਏ ਆ ਉਹ ਪੂਰੀ ਪ੍ਰਕਿਰਿਆ ਦੇ ਹਿਸਾਬ ਨਾਲ ਹੀ ਹੋਏ ਆ, ਪਰ ਜਿਸ ਤਰੀਕੇ ਦੇ ਨਾਲ ਇਹ ਰਸੂਖਦਾਰਾਂ ਨੂੰ ਵੱਡੇ ਫਾਇਦੇ ਪਹੁੰਚਾਏ ਜਾ ਰਹੇ ਆ, ਕੋਈ ਨਾ ਕੋਈ ਮਿਲੀ ਭੁਗਤ ਹੋ ਸਕਦੀ ਹੈ ਜਾਂ ਨਹੀਂ? ਨਹੀਂ ਦੇਖੋ ਜੀ, ਸਰਕਾਰ ਆ ਨਾ ਜਿਹੜਾ ਜਦੋਂ ਕੋਈ ਕੰਮ ਠੇਕੇ ਤੇ ਦਿੰਦੀ ਆ, ਚਾਹੇ ਉਹ ਸ਼ਰਾਬ ਦੇ ਠੇਕੇ ਹੋਣ, ਚਾਹੇ ਰੇਤੇ ਦੇ ਠੇਕੇ ਹੋਣ, ਚਾਹੇ ਕੋਈ ਬਿਜਲੀ ਪੈਦਾ ਕਰਨ ਦੇ ਠੇਕੇ ਹੋਣ, ਸੜਕਾਂ ਬਣਾਉਣ ਦੇ ਠੇਕੇ ਹੋਣ, ਲਾਕਿੰਗ ਟਾਈਲਾਂ ਲਾਉਣ ਦੇ ਠੇਕੇ ਹੋਣ, ਉਹਦੇ ਵਿੱਚ ਘਪਲਾ ਹੁੰਦਾ ਹੀ ਹੁੰਦਾ। ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਤੇ ਵੱਡੀ ਗੱਲ ਇਹ ਆ ਵੀ ਹੁਣ ਤੱਕ ਕਾਂਗਰਸ ਤੇ ਅਕਾਲੀ ਇਹ ਉੱਤਰ ਕਾਟੋ ਮੈਂ ਚੜਾਂ ਦੀ ਖੇਡ ਖੇਡਦੇ ਰਹੇ ਨੇ। ਫਰਕ ਕੀ ਪੈਂਦਾ? ਫਰਕ ਇੱਕ ਪੈਂਦਾ, ਇਹ ਜੋ ਵੀ ਪੈਸੇ ਵਾਲੇ ਨੇ, ਸਰਮਾਏਦਾਰ ਨੇ, ਇਹਨਾਂ ਦੀਆਂ ਆਪਸੀ ਸਾਂਝਾਂ ਨੇ, ਕਾਰੋਬਾਰ ਸਾਂਝੇ ਨੇ। ਫਰਕ ਸਿਰਫ ਇੰਨਾ ਪੈਂਦਾ ਕਿ ਜਿਹੜੀ ਸਰਕਾਰ ਆ ਜਾਂਦੀ ਆ ਉਹਦੇ ਪੱਖੀ ਧਿਰ ਉਹ 1 ਨੰਬਰ ਤੇ ਹੋ ਜਾਂਦੀ ਆ, ਦੂਜੀ ਧਿਰ ਉਹ 2 ਨੰਬਰ ਤੇ ਆ ਕੇ ਉਹਨੂੰ ਆਪਣੇ ਨਾਲ ਰਲਾ ਲੈਂਦੀ ਆ। ਇਸੇ ਤਰ੍ਹਾਂ ਸ਼ਰਾਬ ਦੇ ਠੇਕਿਆਂ ਦੇ ਵਿੱਚ ਹੁੰਦਾ ਰਿਹਾ। ਹੁਣ ਜਿਹੜੀ ਸੂਰਜੀ ਊਰਜਾ ਦੇ ਸਮਝੌਤੇ ਹੋਏ ਨੇ, ਪ੍ਰਕਿਰਿਆ ਕਾਨੂੰਨੀ ਤੌਰ ਤੇ ਪੂਰੀ ਸਹੀ ਹੋ ਸਕਦੀ ਹੈ, ਇਹ 'ਚ ਕੋਈ ਦੋ ਰਾਮਾ ਨਹੀਂ। ਪਰ ਗੱਲ ਇਹ ਹੈ ਵੀ ਉਹਦੇ ਜਿਹੜੇ ਰੇਟ ਮਿੱਥੇ ਗਏ, ਕਰਪਸ਼ਨ ਤਾਂ ਉੱਥੇ ਤੈਅ ਹੁੰਦੀ ਆ ਨਾ ਜੀ। ਹੁਣ ਟੋਲ ਪਲਾਜ਼ਾ ਜੀ, ਟੋਲ ਪਲਾਜ਼ੇ ਦਾ ਰੇਟ ਤੈਅ ਕਰਨ ਦੇ ਵਿੱਚ ਕਰਪਸ਼ਨ ਆ ਨਾ ਜੀ।
ਤੁਸੀਂ ਇੱਕ ਜਾਇਜ਼ਾ ਲੈਂਦੇ ਹੋ, ਇੱਕ ਦਿਨ 'ਚ ਉੱਥੋਂ ਕਿੰਨੀਆਂ ਗੱਡੀਆਂ ਲੰਘਦੀਆਂ ਨੇ, ਬਿਲਕੁਲ ਮੰਨ ਲਓ ਇੱਕ ਜਾਂ ਮਹੀਨੇ 'ਚ ਕਿੰਨੀਆਂ ਲੰਘਦੀਆਂ ਨੇ, ਮੰਨ ਲਓ ਤੁਸੀਂ ਉੱਥੇ ਗੱਡੀਆਂ 75,000 ਲੰਘਦੀਆਂ ਨੇ, ਤੁਹਾਡਾ ਜਿਹੜਾ ਗਿਣਤੀ ਮਿਣਤੀ ਵਾਲਾ ਮੀਟਰ ਆ ਉਹ ਆ ਕੇ 45,000 ਤੇ ਖੜ ਜਾਂਦਾ। ਫਿਰ 45,000 ਨਾਲ ਤੁਸੀਂ ਰੇਟ ਤੈਅ ਕਰਦੇ ਹੋ, ਫਿਰ ਉਹਦਾ ਸਮਾਂ ਤੈਅ ਕਰਦੇ ਹੋ। ਜੇ 75,000 ਗੱਡੀਆਂ ਨੇ ਤਾਂ ਹੋ ਸਕਦਾ ਟੋਲ ਆ ਜਿਹੜਾ 50 ਰੁਪਏ ਬਣਦਾ ਹੋਵੇ ਤੇ 10 ਸਾਲ ਲਈ ਬਣਦਾ ਹੋਵੇ, ਕਿਉਂਕਿ ਗੱਡੀਆਂ ਦੀ ਮਾਤਰਾ ਹਰ ਇੱਕ ਸਾਲ ਵਧਣੀ ਹੁੰਦੀ ਆ। ਬਿਲਕੁਲ। ਇਹ ਉਹ ਤਾਂ ਮਾਤਰਾ ਤਾਂ ਗਿਣਦੇ ਨਹੀਂ, ਹਰ ਇੱਕ ਸਾਲ ਉਹਦਾ ਟੋਲ ਵਧਾ ਦਿੰਦੇ ਨੇ। 50 ਰੁਪਏ ਦੀ ਥਾਂ ਉਹ 75 ਜਾਂ 100 ਰੁਪਏ ਹੋ ਜਾਂਦਾ, ਮਤਲਬ 8 ਜਾਂ 9 ਜਾਂ 10 ਸਾਲਾਂ ਦੀ ਥਾਂ ਉਹ 15 ਸਾਲ ਹੋ ਜਾਂਦਾ, ਸਾਰਾ ਪੈਸੇ ਗ੍ਰਹਿਣ ਲਈ। ਇਸੇ ਤਰ੍ਹਾਂ ਜਿਹੜੇ ਇਹ ਟੈਂਡਰ ਨੇ ਇਹਨਾਂ ਦੇ ਵਿੱਚ ਵੀ ਪੈਸੇ ਦਾ ਮਾਮਲਾ ਹੀ ਹੁੰਦਾ। ਮੈਂ ਤੁਹਾਡੀ ਗੱਲ 'ਚ ਐਡ ਕਰਨ ਲੱਗਿਆ, ਸਵਾਲ ਥੋੜਾ ਜਿਹਾ ਅਧੂਰਾ ਰਹਿ ਗਿਆ ਸੀਗਾ ਕਿ 2015 ਦੇ ਵਿੱਚ ਉਸ ਕੰਪਨੀ ਦਾ ਸਮਝੌਤਾ ਹੋਇਆ, ਸੂਰਜੀ ਊਰਜਾ ਬਿਜਲੀ ਸਮਝੌਤਾ, ਜਿਹੜੀ ਕੰਪਨੀ ਦੇ ਵਿੱਚ ਸ਼ੇਅਰ ਅਮਨ ਅਰੋੜੇ ਦੀ ਪਤਨੀ ਦੇ ਹੈਗੇ ਆ, ਭਾਵ ਕਿ 2015 ਦੇ ਵਿੱਚ ਇੱਕ ਸੂਰਜੀ ਊਰਜਾ ਕੰਪਨੀ ਦਾ ਸਮਝੌਤਾ ਜਿਹੜਾ ਉਹ ਹੁੰਦਾ ਪੰਜਾਬ ਸਰਕਾਰ ਦੇ ਨਾਲ ਅਕਾਲੀਆਂ ਦੇ ਮੌਕੇ 2015 ਦੇ ਵਿੱਚ। ਤਾਂ ਉਹ ਜਿਹੜੀ ਕੰਪਨੀ ਜਿਹਨੇ ਸੂਰਜੀ ਊਰਜਾ ਦੀ ਬਿਜਲੀ ਦੇਣੀ ਸੀ ਪੰਜਾਬ ਸਰਕਾਰ ਨੂੰ, ਉਹਦੇ ਜਿਹੜੀ ਸ਼ੇਅਰ ਆ ਜਿਹੜੇ ਉਹਦੇ ਵਿੱਚ ਅਮਨ ਅਰੋੜੇ ਦੀ ਪਤਨੀ ਦੇ ਵੀ ਸੀਗੇ। ਹੁਣ ਜਿਹੜੇ ਉਹ ਉਦੋਂ ਜਿਹੜੇ ਸਮਝੌਤੇ ਹੋਏ ਸੀ ਉਹਨਾਂ ਨੂੰ ਅੱਜ ਮੁੱਖ ਮੰਤਰੀ ਜਿਹੜੇ ਆ ਉਹ ਮਹਿੰਗਾ ਕਹਿ ਰਹੇ ਆ, ਭਾਵ ਕਿ ਅਮਨ ਅਰੋੜਾ ਦੀ ਵਾਈਫ ਦਾ ਜਿਸ ਸੂਰਜੀ ਊਰਜਾ ਕੰਪਨੀ ਦੇ ਵਿੱਚ ਹਿੱਸਾ ਸੀਗਾ, ਜਿਹੜੀ ਕੰਪਨੀ ਸਰਕਾਰ ਨੂੰ ਬਿਜਲੀ ਦੇ ਰਹੀ ਸੀ, ਉਸ ਕੰਪਨੀ ਦੇ ਨਾਲ ਹੋਏ ਬਿਜਲੀ ਸਮਝੌਤੇ ਨੂੰ, ਸੂਰਜੀ ਊਰਜਾ ਬਿਜਲੀ ਸਮਝੌਤੇ ਨੂੰ ਮੁੱਖ ਮੰਤਰੀ ਅੱਜ ਕਹਿ ਰਹੇ ਨੇ ਕਿ ਮਹਿੰਗਾ ਹੋਇਆ ਹੈ। ਉਂਗਲ ਚੁੱਕੀ ਹੈ ਉਸ ਸਮਝੌਤੇ ਤੇ, ਉਸ ਕੰਪਨੀ ਦੇ ਸਮਝੌਤੇ ਤੇ ਜਿਸ ਕੰਪਨੀ ਦੇ ਵਿੱਚ ਅਮਨ ਅਰੋੜਾ ਦੀ ਵਾਈਫ ਦੀ ਹਿੱਸੇਦਾਰੀ ਸੀ। ਸਿੱਧੂ ਸਾਹਿਬ, ਨਵਜੋਤ ਸਿੰਘ ਸਿੱਧੂ ਨੇ ਇਹ ਮਾਮਲਾ ਕਿੰਨੇ ਜ਼ੋਰ ਨਾਲ ਉਠਾਇਆ ਸੀ ਵੀ ਸੂਰਜੀ ਊਰਜਾ ਜਿਹੜੀ ਉਹਦੀ ਲਾਗਤ ਤੇ ਖਰੀਦੀ ਕਿਹੜੀ ਕੀਮਤ ਤੇ ਜਾ ਰਹੀ ਹੈ। ਉਦੋਂ ਵੀ ਇਹ ਸਵਾਲ ਉਠਾਇਆ ਸੀ ਨਾ ਜੀ। ਹੁਣ ਇਹਦੇ ਵਿੱਚ ਕਿਹਦਾ ਕਿੰਨਾ ਹਿੱਸਾ, ਇਹ ਬਿਲਕੁਲ ਸਿਆਸਤਦਾਨ ਵੀ ਹੋਣਗੇ, ਮਾਇਆਧਾਰੀ ਵੀ ਹੋਣਗੇ, ਅਫਸਰਸ਼ਾਹੀ ਵੀ ਹੋਊਗੀ। ਕਿਹਦਾ ਕਿੰਨਾ ਹਿੱਸਾ ਜਦੋਂ ਡਿਟੇਲ ਆਜੂ ਸਾਹਮਣੇ ਆ, ਉਹ 'ਚ ਤੁਸੀਂ ਤੇ ਮੈਂ ਤਾਂ ਹਾਂ ਨਹੀਂ, ਕਾਰੋਬਾਰੀ ਹੁੰਦੇ ਨਾ ਜੀ, ਉਹਨਾਂ ਨਾਲ ਫਿਰ ਲੁੱਟ ਹੁੰਦੀ ਹੈ। ਇਸੇ ਕਰਕੇ ਮਹਿੰਗੀ ਬਿਜਲੀ ਦੇ ਸਮਝੌਤੇ ਤੈਅ ਕੀਤੇ ਗਏ। ਤੇ ਅੱਜ ਭਗਵੰਤ ਮਾਨ ਜੋ ਕਹਿ ਰਿਹਾ, ਮੈਂ ਕਹਿੰਦਾ ਚੰਗੀ ਗੱਲ ਆ, ਉਹਨਾਂ ਨੇ ਇਹ ਸਮਝੌਤੇ ਸਸਤੇ ਕੀਤੇ ਨੇ, ਪਰ ਇਹ ਮਸਲਾ ਕੁੱਲ ਮਿਲਾ ਕੇ ਕਿੱਡਾ ਕਾ ਜੀ। ਉਹਨੇ ਜੋ ਅੰਕੜੇ ਦਿੱਤੇ ਨੇ ਵੀ 25 ਸਾਲ 'ਚ ਰੇਟ ਨਹੀਂ ਵਧੂ, 25 ਸਾਲ 'ਚ ਹੋ ਸਕਦਾ ਇਹਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਘਟਦੀ ਜਾਵੇ, ਪਹਿਲਾਂ ਜਿਹੜੀ ਜ਼ਿਆਦਾ ਹੋਵੇ ਫਿਰ ਘਟਦੀ ਜਾਵੇ। ਇਸ ਕਰਕੇ ਅਸਲ ਮਸਲਾ ਜਿਹੜਾ ਇਹਨੇ ਕਿੰਨੇ ਕੁ ਕਰੋੜ ਕਿਹਾ ਬਚਤ ਹੋਊ, ਤੇ ਉਹ ਗੱਲ ਯਾਦ ਆ ਜਿਹੜੇ ਕਹਿੰਦੇ ਸੀ ਥਰਮਲਾਂ ਨਾਲ ਮਹਿੰਗੀ ਬਿਜਲੀ ਦੇ ਸਮਝੌਤੇ ਹੋਏ ਨੇ, ਜਿਹੜੀ ਬਿਨਾਂ ਬਿਜਲੀ ਖਰੀਦੇ 3-3 ਹਜ਼ਾਰ ਕਰੋੜ ਉਹਨਾਂ ਨੂੰ ਦਿੱਤਾ ਜਾਂਦਾ, ਜਿਹਦੇ ਬਾਰੇ ਕਿਹਾ ਜਾਂਦਾ ਸੀ ਭਗਵੰਤ ਮਾਨ ਵੱਲੋਂ ਵੀ ਕੱਲੀ ਲਾਈਨ ਪੜ੍ਹ ਲਈ ਸਮਝੌਤੇ ਦੀ, ਪੂਰੀ ਜਾਂਚ ਕਰਾ ਲਈ। ਇਹ ਮਿਲੇ ਹੋਏ ਨੇ ਕਾਰਪੋਰੇਟ ਨਾਲ, ਨਾ ਬਾਦਲਕਿਆਂ ਨੇ ਰੱਦ ਕਰਨੇ ਨੇ, ਚਲੋ ਬਾਦਲਕਿਆਂ ਨੇ ਤੇ ਸਾਰੀ ਇਹ ਕੀਤੀ ਆ ਨਾ, ਆ ਜਿਹੜੇ ਤੁਸੀਂ ਸੂਰਜੀ ਊਰਜਾ ਵਾਲੇ ਵੀ ਉਹਨਾਂ ਨੇ ਕੀਤੇ ਆ, ਪ੍ਰਾਈਵੇਟ ਥਰਮਲ ਵਾਲੇ ਵੀ ਉਹਨਾਂ ਨੇ ਕੀਤੇ ਆ। ਕੈਪਟਨ ਅਮਰਿੰਦਰ ਨੂੰ ਘੇਰ ਘੂਰ ਕੇ ਫਸਾਇਆ ਸੀ, ਪਰ ਮੁੜ ਕੇ ਕਿਉਂਕਿ ਉਹ KCB ਨੂੰ ਗੋਪਾਲ ਸੀ ਜਿਹੜਾ ਉਹੀ ਫਸਦਾ ਸੀ, ਉਹ ਵਿੱਚ ਸੀ। ਫਿਰ ਅਸੀਂ ਵਾਈਟ ਪੇਪਰ ਜਾਰੀ ਕਰਾਂਗੇ, ਵਾਈਟ ਪੇਪਰ ਵੀ ਵਿੱਚੇ ਰੋਲ ਖੁੱਲ ਗਿਆ, ਉਹ ਟਾਈਮ ਉਹਨਾਂ ਨੇ ਲੰਘਾਤਾ। ਤੇ ਹੁਣ ਇਹ 300 ਬਿਜਲੀ ਦੇ ਯੂਨਿਟ ਫ੍ਰੀ ਕੀਤੇ ਆ, ਬਿਲਕੁਲ ਕੀਤੇ ਆ, ਪਰ ਕਿਹਦੀ ਕੀਮਤ ਤੇ? ਕਰਜ਼ੇ ਹੀ ਚੱਕਿਆ ਨਾ ਜੀ। ਉਹ ਜਿਹੜੀ ਵੱਡੀ ਲੁੱਟਾ ਪ੍ਰਾਈਵੇਟ ਥਰਮਲਾਂ ਦੀ, ਉਹਦੇ ਵੱਲ ਮੂੰਹ ਕਿਉਂ ਨਹੀਂ ਕੀਤਾ ਜਾ ਰਿਹਾ? ਉਹ ਮਹਿੰਗੀ ਬਿਜਲੀ ਸਸਤੀ ਕਰਨ ਵਾਲੇ ਪਾਸੇ ਕਿਉਂ ਨਹੀਂ ਤੁਰਿਆ ਜਾ ਰਿਹਾ? ਬਿਨਾਂ ਬਿਜਲੀ ਖਰੀਦੇ ਪੈਸੇ ਦੇਣ ਦੀਆਂ ਧਰਾਵਾਂ ਉਹ ਕਿਵੇਂ ਕੀਤੀਆਂ ਜਾ ਰਹੀਆਂ ਨੇ? ਕੋਲਾ ਧੋਣ ਦੀਆਂ ਨੇ ਜਿਹੜੀਆਂ ਸਾਰੇ ਖਰਚੇ ਪੰਜਾਬ ਸਰਕਾਰ ਆਪਣੇ ਬਿਜਲੀ ਬੋਰਡ ਸਿਰ ਪਾਏ ਨੇ, ਉਹਨਾਂ ਵੱਲ ਕਿਉਂ ਨਹੀਂ ਤੁਰਿਆ ਜਾ ਰਿਹਾ? ਸੋ ਇਸ ਕਰਕੇ ਜਿੰਨੀ ਕੁ ਗੱਲ ਸਾਹਮਣੇ ਆਈ ਆ, ਭਗਵੰਤ ਮਾਨ ਨੇ ਚੰਗਾ ਕੀਤਾ, ਪਰ ਉਹ ਕਿਹੜੇ ਨੇ, ਕਿਹੜੇ ਲੋਕਾਂ ਦਾ ਕਿੰਨਾ ਹਿੱਸਾ, ਹੁਣ ਸ਼ੇਅਰ ਕਿਹਦੇ ਕਿੰਨੇ ਨੇ, ਉੱਥੇ ਫੈਸਲਾ ਕੌਣ ਲਾਬੀ ਆ ਜਾਂ ਕਿਹੜੇ ਬੰਦੇ ਨੇ, ਉਹ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜਾਣਗੇ। ਪਰ ਠੀਕ ਆ, ਇਹ 'ਚ ਸਾਰੀਆਂ ਪਾਰਟੀਆਂ ਦੀ ਹੋਣਗੇ। ਜੇ ਅਮਨ ਅਰੋੜੇ ਵਰਗੇ ਦਾਲ ਆ ਸਕਦੇ ਆ, ਤੇ ਅਫਸਰਾਂ ਦੀਆਂ ਘਰ ਵਾਲੀਆਂ ਨੇ ਤਾਂ ਅਮਰੂਦ ਦਿਖਾ ਕੇ ਮਹਾਲੀ ਦੇ ਕੋਲੇ ਕਰੋੜਾਂ ਰੁਪਏ ਹੜੱਪ ਲਏ, ਤੇ ਅਫਸਰ ਨਹੀਂ ਛੱਡਦੇ ਮਲਾਈ ਛਕਣੋਂ। ਕੱਲੇ ਇਹ ਨਹੀਂ ਗਏ, ਕੱਲੇ ਅਮਨ ਅਰੋੜਾ ਦੀ ਪਤਨੀ ਨਹੀਂ ਹੈ, ਕੱਲੇ ਹੋਰ ਵੀ ਜਿਹੜੇ ਕਾਂਗਰਸੀ ਉਸ ਸਮੇਂ ਦੇ MLA ਵੀ ਸੀਗੇ, ਜਾਂ ਤੁਸੀਂ ਕਹਿ ਲਓ ਕਿ ਕੁਝ IAS ਅਧਿਕਾਰੀ ਗਗਨਦੀਪ ਬਰਾੜ ਵਰਗੇ, ਉਹਨਾਂ ਦੇ ਵੀ ਪਰਿਵਾਰ ਦੀ ਇਹ ਦੱਸੀ ਜਾ ਰਹੀ ਆ। ਔਰ ਰੈਡੀਏਟ ਸੋਲਰ એનર્ਜੀ ਪ੍ਰਾਈਵੇਟ ਲਿਮਟਿਡ ਜਿਹੜੀ ਹੈ,
ਕੰਪਨੀ, ਇਹਦੇ ਵਿੱਚ ਅਮਨ ਅਰੋੜਾ ਦੀ ਵਾਈਫ ਦੀ ਜਿਹੜੀ ਆ ਉਹ ਹਿੱਸੇਦਾਰੀ ਸੀਗੀ ਔਰ 7.58 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦਣ ਦਾ ਜਿਹੜਾ ਸਮਝੌਤਾ ਜਿਹੜਾ ਉਹ ਹੋਇਆ ਸੀਗਾ ਔਰ ਇਸ ਸਮਝੌਤੇ ਨੂੰ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਹ ਮਹਿੰਗਾ ਕਰਾਰ ਦਿੱਤਾ ਹੈ। ਔਰ ਮੁੱਖ ਮੰਤਰੀ ਸਾਹਿਬ ਤੁਹਾਨੂੰ ਚੇਤਾ ਹੋਣਾ ਮਾਲੀ ਸਾਹਿਬ ਬੜੀਆਂ ਗੱਲਾਂ ਕਰਦੇ ਹੁੰਦੇ ਸੀਗੇ ਕਿ ਮੈਂ ਆਉਣ ਸਾਰ ਜਿਹੜੇ ਬਿਜਲੀ ਸਮਝੌਤੇ ਵੀ ਰੱਦ ਕਰ ਦੇਣੇ ਆ, ਉਹ ਵੀ ਜਿਹੜੇ ਹਲੇ ਬਿਜਲੀ ਸਮਝੌਤੇ ਕਹਿੰਦੇ ਰੱਦ ਨਹੀਂ ਹੋਏ ਸੀ ਨਾ, ਉਧਰ ਤੁਰੇ ਨਹੀਂ ਜਾਂਦਾ, ਉਧਰ ਵੇਖੇ ਨਹੀਂ ਜਾਂਦਾ, ਮਤਲਬ ਉਹ ਗੱਲ ਕਹਿ ਕੇ ਟਲਤਾ, ਹਾਂ ਗੱਲ ਚੱਲ ਰਹੀ ਆ, ਉਹਨਾਂ ਨਾਲ ਗੱਲ ਚੱਲ ਰਹੀ ਆ, 1.5 ਸਾਲ ਹੋ ਗਏ ਗੱਲ ਚੱਲਦੀ ਨੂੰ, ਉਹ ਗੱਲ ਦਾ ਜਦੋਂ ਕੋਈ ਨਤੀਜਾ ਨਿਕਲੂ ਕੋਈ ਡੈਡਲਾਈਨ ਨਹੀਂ, ਕੁਛ ਨਹੀਂ ਪਤਾ। ਤੇ ਉਦੋਂ ਤਾਂ ਦਾਅਵੇ ਇਹ ਕਰਦੇ ਸੀ 4 ਮਹੀਨੇ 'ਚ ਨਸ਼ਾ ਖਤਮ, ਇੰਨੇ ਸਮੇਂ 'ਚ ਆਹ ਕਰ ਦਾਂਗੇ, ਇੰਨੇ ਸਮੇਂ 'ਚ ਆਹ ਕਰ ਦਾਂਗੇ। ਹੁਣ ਨਸ਼ਿਆਂ ਖਾਤਰ 1 ਸਾਲ ਹੋਰ ਮੰਗੀ ਜਾਂਦੇ ਨੇ, ਸਕੀਮ ਬਣਾ ਲਈ ਕਹਿੰਦਾ, ਪਰ ਹਾਲੇ ਦੱਸਦਾ ਨਹੀਂ ਮੈਂ ਤੁਹਾਨੂੰ ਕਿਹੜੀ ਸਕੀਮ ਆ। ਚਿੱਟਾ ਖਤਮ ਹੋ ਜੂ, ਨਸ਼ਾ ਕਿਤੇ ਦੁਨੀਆ 'ਚੋਂ ਖਤਮ ਨਹੀਂ ਹੋਇਆ, ਕੰਟਰੋਲ ਕੀਤਾ ਜਾ ਸਕਦਾ। ਕੰਟਰੋਲ ਕਰਨ ਦੀ ਇੱਛਾ ਸ਼ਕਤੀ ਇਹਨਾਂ ਦੀ ਕਿੰਨੀ ਕੁ ਤੁਹਾਡੇ ਸਾਹਮਣੇ ਆ ਗਈ। ਸੋ ਮੇਰੇ ਕਹਿਣ ਦਾ ਮਤਲਬ ਹੈ ਕੋਈ ਵੀ ਸਕੈਂਡਲ ਆ ਸਿਆਸਤਦਾਨ, ਅਫਸਰਸ਼ਾਹ ਤੇ ਮਾਇਆਧਾਰੀਆਂ ਤੋਂ ਬਿਨਾ ਸਿਰੇ ਨਹੀਂ ਚੜ੍ਹਦਾ। ਇਹ 'ਚ ਕਾਂਗਰਸੀ ਵੀ ਹਿੱਸੇਦਾਰ ਹੋਣਗੇ, ਅਕਾਲੀ ਤਾਂ ਹੋਣਗੇ, ਇਹਦੇ ਵਿੱਚ ਜਿਹੜੇ ਆਪ ਦੇ ਵਿੱਚ ਨੇ ਉਹ ਵੀ ਹੋਣਗੇ, ਅਫਸਰਾਂ ਦੀਆਂ ਘਰ ਵਾਲੀਆਂ ਵੀ ਹੋਣਗੀਆਂ, ਬਿਲਕੁਲ ਹੋਣਗੀਆਂ। ਮੈਂ ਤਾਂ ਤੁਹਾਨੂੰ ਉਦਾਹਰਨ ਦਿੱਤੀ ਆ, ਕੁਲਦੀਪ ਢਾਲੀਵਾਲ ਕਹਿੰਦਾ ਸੀ ਲਾਕਿੰਗ ਟਾਈਲਾਂ ਦਾ ਸਭ ਤੋਂ ਵੱਡਾ ਸਕੈਂਡਲ ਆ, ਵੀਡੀਓ ਤੇ ਐਮਐਲਏ ਰਲ ਗਏ ਨਾਲ ਸਰਪੰਚ ਰਲਾ ਲਏ, 16 ਰੁਪਏ ਦੀ ਕਿੱਟ ਖਰੀਦੀ ਆ, ਤੇ ਹੁਣ ਉਹਦੇ ਵੀ ਨਵੇਂ ਟੈਂਡਰ ਹੋਏ ਨੇ। ਦੇਖ ਲਓ, ਦਿਖਾ ਦਿਓ ਨਾ ਵੀ ਪਹਿਲਾਂ ਤੇ ਹੁਣ ਨਾਲੋਂ ਕੀ ਫਰਕ ਆ। ਉਦੋਂ ਤਾਂ ਕਹਿੰਦੇ ਹੁੰਦੇ ਸੀ ਜੀ ਫਲਾਨੇ ਪੁਲ ਦਾ ਅਸੀਂ ਠੇਕਾ ਦਿੱਲੀ 'ਚ ਜਾਇਜ਼ਾ ਦੁਬਾਰੇ ਲਿਆ, 100 ਕਰੋੜ ਬਚਾ ਲਿਆ। ਹੁਣ ਦੱਸ ਦਿਓ ਨਾ ਵੀ ਸ਼ਰਾਬ ਨੀਤੀ 'ਚੋਂ ਕੀ ਬਚਾ ਲਿਆ, ਰੇਤੇ ਦੀ ਨੀਤੀ 'ਚੋਂ ਕੀ ਬਚਾ ਲਿਆ। ਉਸੇ ਤਰ੍ਹਾਂ ਚੱਲ ਰਿਹਾ ਨਾ ਜੀ ਸਾਰਾ ਕੰਮ। ਸੋ ਇਸ ਕਰਕੇ ਇਹ ਜਿਹਨੂੰ ਆਪਾਂ ਕਹਿ ਦਈਏ ਇਹ ਤਾਂ ਗੋੜੇ ਵਿੱਚੋਂ ਪੂਣੀ ਕੱਤਣ ਵਾਲੀ ਵੀ ਨਹੀਂ ਗੱਲ, ਸਿਰਫ ਇਹ ਕਹਿ ਰਿਹਾ ਕਿ ਅਸੀਂ ਬਚਤ ਵਾਲੀਆਂ ਗੱਲਾਂ ਕਰ ਰਹੇ ਹਾਂ। ਤੇ ਜਿਹੜੀਆਂ ਖਰਚੇ ਵਾਲੀਆਂ ਨੇ, ਜਿਹੜਾ ਉਡਣ ਖਟੋਲਾ ਬਣਾ ਰੱਖਿਆ ਹੈਲੀਕਾਪਟਰ ਨੂੰ, ਜਿਹੜੀਆਂ ਇਸ਼ਤਿਹਾਰਾਂ ਨਾਲ ਕੰਧਾਂ ਭਰੀਆਂ ਹੋਈਆਂ ਨੇ, ਜਿਹੜੇ ਉਹ ਖਰਚੇ ਨੇ, ਜਿਹੜਾ ਮਖੌਲ ਕਰਦਾ ਹੁੰਦਾ ਸੀ ਸਿਕਿਉਰਿਟੀ ਦੀਆਂ, ਜਿਹੜਾ ਉਹ ਸਾਰੇ ਖਰਚੇ ਨੇ, ਉਹ ਪਹਿਲਾਂ ਨਾਲ ਕਿੰਨੇ ਕੁ ਘਟ ਕੇ ਵੱਧ ਗਏ, ਉਹਦੇ ਅੰਕੜੇ ਦੇਣੋਂ ਹਟ ਗਏ, ਉਹੀ ਹੁਣ ਸਾਹਮਣੇ ਲੈ ਕੇ ਆ ਰਹੇ। ਸੋ ਇਸ ਕਰਕੇ ਮਤਲਬ ਅੱਖਾਂ ਨੂੰ ਪੂੰਝਣ ਲਈ ਜਿੰਨੀ ਕੁ ਗੱਲ ਕੀਤੀ ਆ ਚੰਗੀ ਕੀਤੀ ਆ, ਪਰ ਇਹ ਤਾਂ ਦੁਬਾਰਾ ਪੈਸੇ ਤਾਂ ਉਹ ਗਿਰਾ ਨਹੀਂ ਸਕਦੇ, ਐਕਸਪੋਜ਼ ਕਰ ਸਕਦੇ ਆ ਨਾ। ਦੱਸਣ ਵੀ ਹੁਣ ਤੱਕ ਕਿੰਨੀ ਮਹਿੰਗੀ ਬਿਜਲੀ ਖਰੀਦ ਕੇ ਕਿੰਨਾ ਘਾਟਾ ਪਿਆ ਪੰਜਾਬ ਦੇ ਲੋਕਾਂ ਨੂੰ, ਦੱਸਣ ਜੀ। ਬਿਲਕੁਲ, ਤਾਂ ਇਹ ਵੱਡੀ ਗੱਲ ਹੈਗੀ ਆ ਕਿ ਜਿਹੜੀ ਰੈਡੀਐਟ, ਅਣਖੀ ਸਾਹਿਬ ਮੈਂ ਜਾਂਦਾ ਇੱਕ ਵਾਰੀ ਫਿਰ ਥੋੜੀ ਜਾਣਕਾਰੀ ਦੇ ਦੇਵਾਂ ਕਿ ਇਹ ਵੱਡੀ ਗੱਲ ਹੈ ਕਿ ਜਿਹੜੀ ਰੇਡੀਐਂਟ ਸੋਲਰ એનર્ਜੀ ਪ੍ਰਾਈਵੇਟ ਲਿਮਟਿਡ ਕੰਪਨੀ ਆ, ਜਿਹਦੇ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪਤਨੀ ਦੇ ਜਿਹੜੇ ਸ਼ੇਅਰ ਹੈ, ਤੇ ਇਸ ਕੰਪਨੀ ਵੱਲੋਂ 31 ਮਾਰਚ 2015 ਨੂੰ ਸੂਰਜੀ ਊਰਜਾ ਬਿਜਲੀ ਦਾ ਸਮਝੌਤਾ ਜਿਹੜਾ ਕੀਤਾ ਗਿਆ ਸੀ। ਇਸ ਕੰਪਨੀ ਨਾਲ ਪਾਵਰਕੌਮ ਦਾ 7.58 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦਣ ਦਾ ਜਿਹੜਾ ਸਮਝੌਤਾ ਉਹ ਹੋਇਆ ਸੀਗਾ। ਹਾਲਾਂਕਿ ਇਹ ਸਮਝੌਤਾ ਕਹਿੰਦੇ ਕਿ ਪ੍ਰਣਾਲੀ ਅਤੇ ਪੂਰੀ ਪ੍ਰਕਿਰਿਆ ਦੇ ਤਹਿਤ ਹੋਇਆ, ਪਰ ਇਹ ਜਿਹੜੇ ਰੇਟ ਤੈਅ ਹੋਏ ਸੀ 7 ਰੁਪਏ 58 ਪੈਸੇ ਵਾਲੇ, ਇਸ ਤੇ ਮੁੱਖ ਮੰਤਰੀ ਸਾਹਿਬ ਨੇ ਉਂਗਲ ਚੱਕੀ ਹੈ, ਕਿਹਾ ਕਿ ਇਹ ਬਿਜਲੀ ਸਮਝੌਤੇ ਮਹਿੰਗੇ ਹੋਏ ਸੀ ਔਰ ਜਿਹੜੀ ਕੰਪਨੀ ਦੇ ਨਾਲ ਮਹਿੰਗੇ ਕੀਤੇ ਗਏ ਸੀ ਅਕਾਲੀ ਸਰਕਾਰ ਦੇ ਮੌਕੇ, ਉਸ ਕੰਪਨੀ ਦੇ ਵਿੱਚ ਜਿਹੜੇ ਸ਼ੇਅਰ ਹੈ ਉਹ ਅਮਨ ਅਰੋੜਾ ਦੀ ਪਤਨੀ ਦੇ ਸ਼ੇਅਰ ਜਿਹੜੇ ਉਹਦੇ ਵਿੱਚ ਹੈਗੇ ਆ। ਤਾਂ ਵੱਡੀ ਗੱਲ ਇਹ ਹੈ ਕਿ ਖੁਦ ਆਪਣੀ ਹੀ ਬੰਦੇ ਦੀ ਕੰਪਨੀ ਦੇ ਉੱਪਰ ਇੱਕ ਤਰੀਕੇ ਨਾਲ ਸਵਾਲ ਉੱਠਦੇ ਆ। ਹੁਣ ਅੱਗੇ ਕੀ ਹੋਊਗਾ ਤਾਂ ਗੱਲ ਦੇਖਣ ਵਾਲੀ ਹੋਊਗੀ। ਚਲੋ ਅੱਗੇ ਆਪਾਂ ਖਬਰ ਲੈ ਲੈਂਦੇ ਆ। ਮਾਲੀ ਸਾਹਿਬ, ਜਿਹੜਾ ਕਿ ਪੰਜਾਬ ਦੀ ਕਹਿੰਦੇ ਸਭ ਤੋਂ ਵੱਡੀ ਪੰਚਾਇਤ ਵਿਧਾਨ ਸਭਾ ਹੈ, ਉਹਦੇ ਵਿੱਚ ਜਿਹੜਾ ਉਹਦਾ ਵਿਧਾਨਕ ਕੰਮਕਾਜ ਹੈ ਉਹ ਵੀ ਅਨਐਡਿਟ ਹੈ, ਤੇ 4 ਸਾਲਾਂ ਤੋਂ ਜਿਹੜੀ ਫਾਈਨਲ ਪ੍ਰਿੰਟ ਹੀ ਨਹੀਂ ਕਹਿੰਦੇ ਕੋਈ ਵੀ ਡਿਬੇਟ ਜਿਹੜੀ ਆ ਹੋਈ। ਔਰ ਡਿਬੇਟ ਰਿਕਾਰਡ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ, ਜਿਵੇਂ ਥੋੜਾ ਦਰਸ਼ਕਾਂ ਨੂੰ ਦੱਸ ਦਈਏ ਕਿ ਆਪਣੇ ਦਰਸ਼ਕ ਜਿਹੜੇ ਆਮ ਸੁਣਦੇ ਆ, ਜਦੋਂ ਉੱਤੇ ਕੋਈ ਗੱਲ ਬੋਲੀ ਜਾਂਦੀ ਹੈ ਤਾਂ ਕਿਹਾ ਜਾਂਦਾ ਨਾ ਕਿ ਭਾਈ ਇਹਨੂੰ ਰਿਕਾਰਡ ਦੇ ਵਿੱਚ ਸ਼ਾਮਲ ਨਾ ਕੀਤਾ ਜਾਵੇ, ਇਹਨੂੰ ਰਿਕਾਰਡ ਦੇ ਵਿੱਚ ਦਰਜ ਨਾ ਕੀਤਾ ਜਾਵੇ। ਇਹ ਜਿਹੜਾ ਸਪੀਕਰ ਸਾਹਿਬ ਆਮ ਬੋਲਦੇ ਹੁੰਦੇ ਆ ਉੱਥੇ, ਉਹ ਕਹਿੰਦੇ ਕਿ ਉੱਤੇ ਕੁਝ ਦਰਜ ਹੀ ਨਹੀਂ ਹੋਇਆ, ਉੱਤੇ ਕੋਈ ਪ੍ਰਿੰਟ ਹੀ ਨਹੀਂ ਹੋਇਆ ਪਿਛਲੇ 4.5 ਸਾਲ ਤੋਂ। ਇਸ ਸਰਕਾਰ ਨੇ ਵੀ ਨਹੀਂ ਕਹਿੰਦੇ ਕੁਝ ਕੀਤਾ। ਇਹ ਜੇ ਵਿਧਾਨ ਸਭਾ ਦਾ ਇਹ ਕੰਮਕਾਜ ਇਹ ਐਂ ਅਧੂਰਾ ਚੱਲੀ ਜਾਂਦਾ, ਉੱਥੋਂ ਦਾ ਕੰਮਕਾਜ, ਉੱਥੋਂ ਦੀਆਂ ਡਿਬੇਟਾਂ ਹੀ ਜੇ ਰਿਕਾਰਡ 'ਚ ਸ਼ਾਮਲ ਨਹੀਂ ਕੀਤੀਆਂ ਜਾਂਦੀਆਂ, ਤਾਂ ਫਿਰ ਹੋਰ ਕਿਹੜਾ ਕੰਮ ਕਰੂ ਸਰਕਾਰ? ਦੇਖੋ ਜੀ, ਸਮਾਂ ਚਾਹੇ ਕੋਈ ਵੀ ਹੋਵੇ, ਕਾਨੂੰਨੀ ਤੌਰ ਤੇ, ਅਸੂਲੀ ਤੌਰ ਤੇ ਵਿਧਾਨ ਸਭਾ ਦੀ, ਲੋਕ ਸਭਾ ਦੀ, ਰਾਜ ਸਭਾ ਦੀ ਸਾਰੀ ਕਾਰਵਾਈ ਰਿਕਾਰਡ ਹੁੰਦੀ ਆ। ਚਾਹੇ ਤੁਸੀਂ ਹੱਥ ਨਾਲ ਲਿਖ ਕੇ ਕਰੋ, ਚਾਹੇ ਤੁਸੀਂ ਵੈਸੇ ਰਿਕਾਰਡ ਕਰਕੇ ਕਰੋ। ਹੁਣ ਅੱਜ ਕੱਲ੍ਹ ਤਾਂ ਟੀਵੀ ਆ ਗਏ, ਤੁਹਾਡੇ ਰਾਹੀਂ ਸਾਰੀ ਲਾਈਵ ਵੀ ਹੁੰਦੀ ਆ। ਇਹ ਤੁਹਾਡੀ ਗੱਲ ਠੀਕ ਆ, ਇਹ ਬਹੁਤ ਅਹਿਮ ਗੱਲਾਂ ਹੁੰਦੀਆਂ ਨੇ ਤੇ ਸਾਲਾਂ ਬਾਅਦ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਵੀ ਉਸ ਵੇਲੇ ਆਹ ਬਹਿਸ ਹੋਈ ਸੀ,
ਇਸ ਬੰਦੇ ਨੇ ਆਹ ਸਵਾਲ ਖੜਾ ਕੀਤਾ ਸੀ, ਇਹਦਾ ਆਹ ਜਵਾਬ ਦਿੱਤਾ ਸੀ। ਇਹ ਵੀ ਤੁਹਾਡੀ ਗੱਲ ਠੀਕ ਆ ਕਿ ਸਪੀਕਰ ਵੱਲੋਂ ਬਹੁਤ ਸਾਰੇ ਐਕਸਪੰਜ ਕਰ ਦਿੱਤੇ ਜਾਂਦੇ ਨੇ ਵੀ ਇਹ ਭਾਈ ਢੁਕਵੀਂ ਸ਼ਬਦਾਵਲੀ ਨਹੀਂ ਹੈ, ਜਾਂ ਇਹ ਬੇਲੋੜੀ ਆ, ਜਾਂ ਕਿਸੇ ਤੇ ਦੋਸ਼ ਉਹ ਤੇ ਲਾਇਆ ਜਾ ਰਿਹਾ ਜਿਹੜਾ ਵਿਧਾਨ ਸਭਾ ਜਾਂ ਲੋਕ ਸਭਾ 'ਚ ਹਾਜ਼ਰ ਨਹੀਂ। ਦੇਖੋ ਇਹ ਤਾਂ ਨਹੀਂ ਹੋ ਸਕਦਾ ਵੀ ਇਹ ਰਿਕਾਰਡ ਨਾ ਹੋਈ ਹੋਵੇ, ਜਿੰਨੀ ਕਿ ਮੈਨੂੰ ਕਾਮਨ ਸੈਂਸ ਦੇ ਨਾਲ ਮੈਂ ਕਹਿ ਸਕਦਾ, ਪਰ ਉਹਨੂੰ ਫਾਈਨਲ ਰੂਪ ਦੇਣਾ, ਉਹਨੂੰ ਵੈਰੀਫਾਈ ਕਰਕੇ ਰਿਕਾਰਡ ਦਾ ਹਿੱਸਾ ਬਣਾਉਣਾ ਤੇ ਉਹਨੂੰ ਜਦੋਂ ਵੀ ਕੋਈ ਚਾਹੇ ਉਹਦਾ ਹਿੱਸਾ ਲੈ ਲੈਣਾ, ਇਹਦੇ ਵਿੱਚ ਜੇ ਵੱਡੀ ਕੁਤਾਹੀ ਤੁਸੀਂ ਹੋਈ ਆ, ਇਹ ਬੜੀ ਮਾੜੀ ਗੱਲ ਆ। ਕਿਉਂਕਿ ਜਦੋਂ ਤੱਕ ਤੁਸੀਂ ਉਹਨੂੰ ਫਾਈਨਲ ਰੂਪ ਨਹੀਂ ਦਿੰਦੇ, ਉਹਦੇ ਵਿੱਚ ਛੇੜਛਾੜ ਦੀ ਗੁੰਜਾਇਸ਼ ਬਣੀ ਰਹਿੰਦੀ ਆ। ਜੇ ਇੱਕ ਬੰਦੇ ਨੇ ਬੁੱਕਲ ਚ ਰੋੜੀ ਭੰਨਣੀ ਆ, ਤੁਹਾਨੂੰ ਪਤਾ ਉਹ ਕੀ ਕਰ ਸਕਦਾ। ਜੇ 4 ਸਾਲਾਂ ਤੋਂ ਨਹੀਂ ਹੋਈ, ਕਾਂਗਰਸ ਸਰਕਾਰ ਵੇਲੇ ਕੀ ਹੋਇਆ, ਆਪ ਵੇਲੇ ਕੀ ਹੋਇਆ, ਇਹ ਆਪਦੇ ਆਪ ਚ ਕਿ ਇਹਨਾਂ ਸੰਸਥਾਵਾਂ ਦੀ ਜਿਹੜੀ ਆਪਣਾ ਮਾਣ ਤਾਣ ਆ, ਰੁਤਬਾ ਜਾਂ ਇਹਦੀਆਂ ਅਰਥ ਸੰਭਾਵਨਾ ਕੀ ਨੇ, ਇਹਦੀ ਅਹਿਮੀਅਤ ਕੀ ਆ, ਇਹਦੇ ਪ੍ਰਤੀ ਅਸੀਂ ਕਿੰਨੇ ਕੁ ਗੰਭੀਰ ਆ। ਮਾਦੀ ਸਾਹਿਬ ਪ੍ਰਿੰਟ ਨਹੀਂ ਕੀਤੀ ਗਈ, ਜਿਹੜੇ ਉੱਤੇ ਰਿਪੋਰਟਰ ਵੀ ਰੱਖੇ ਹੁੰਦੇ ਆ ਨਾ ਕਿ ਕੱਲਾ ਕੱਲਾ ਸ਼ਬਦ ਜਿਹੜਾ ਉੱਥੇ ਰਿਕਾਰਡ ਉਹਨਾਂ ਨੇ ਕਰਨਾ ਹੁੰਦਾ ਉਵੇਂ ਹੀ, ਉਹ ਨਹੀਂ ਜਿਹੜਾ ਕਹਿੰਦੇ ਰਿਕਾਰਡ ਕੀਤਾ ਗਿਆ ਔਰ ਪ੍ਰਿੰਟ ਨਹੀਂ ਕੀਤਾ ਗਿਆ। ਭਾਵ ਕਿ ਕਹਿੰਦੇ ਕਿ ਸਰਕਾਰੀ ਅਧਿਕਾਰੀ ਕਹਿੰਦੇ ਆ ਕਿ ਸਰਕਾਰੀ ਪ੍ਰਿੰਟਿੰਗ ਵੱਲੋਂ ਵਿਧਾਨ ਸਭਾ ਦੇ ਕੰਮਕਾਜ ਨੂੰ ਪਿਛਲੇ ਕਈ ਸਾਲਾਂ ਤੋਂ ਨਿਪਟਾਇਆ ਨਹੀਂ ਜਾ ਰਿਹਾ, ਕਹਿੰਦੇ ਜਿਸ ਕਾਰਨ ਦੇਰੀ ਹੋ ਰਹੀ ਹੈ, ਮਸ਼ੀਨਾਂ ਖਰਾਬ ਦੀ ਕਹਿੰਦੇ ਗੱਲ ਚੱਲ ਰਹੀ ਹੈ। ਨਹੀਂ ਹੋ ਸਕਦਾ, ਕਾਰਨ ਕੋਈ ਵੀ ਹੋਵੇ, ਉਹਨੂੰ ਫਾਈਨਲ ਰੂਪ ਦਿੱਤਾ ਜਾਣਾ ਚਾਹੀਦਾ, ਉਹ ਰਿਕਾਰਡ ਦੀ ਇੱਕ ਤੋਂ ਵੱਧ ਕਾਪੀ ਹੋਣੀ ਚਾਹੀਦੀ ਆ। ਮਤਲਬ ਜੇ ਤੁਸੀਂ ਉਸ ਦੇ ਵਿੱਚ ਮਤਲਬ ਤੁਸੀਂ ਉਹਨੂੰ ਫੂਲ ਪ੍ਰੂਫ ਕਰਨਾ, ਤਾਂ ਉਹਦੇ ਖਾਤਰ ਜੋ ਵੀ ਲੋੜੀਂਦੀ ਆ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ ਆ। ਜੇ ਨਹੀਂ ਕੀਤੀ, ਪ੍ਰਿੰਟ ਨਹੀਂ ਕੀਤੀ, ਫਾਈਨਲ ਨਹੀਂ ਕੀਤਾ ਇਹਨਾਂ ਨੇ, ਫਿਰ ਆਪਦੇ ਆਪ 'ਚ ਬੜੀ ਵੱਡੀ ਗੰਭੀਰ ਕੁਤਾਹੀ ਆ। ਤੇ ਇਹਦੇ ਵਿੱਚ ਸਰਕਾਰ ਨਾਲੋਂ ਵੱਧ ਸਪੀਕਰ ਦਾ ਰੋਲ ਆ, ਕਿਉਂਕਿ ਵਿਧਾਨ ਸਭਾ ਦਾ ਕਸਟੋਡੀਅਨ ਤਾਂ ਸਪੀਕਰ ਆ ਨਾ ਜੀ, ਉਹਦਾ ਹੁਕਮ ਚੱਲਣਾ ਨਾ ਵਿਧਾਨ ਸਭਾ 'ਚ, ਉਹਦਾ ਬਜਟ ਅੱਡ ਹੁੰਦਾ, ਉਹਦਾ ਸਿਸਟਮ ਅੱਡ ਹੁੰਦਾ, ਵਿਧਾਨ ਸਭਾ ਬਾਰੇ ਸਾਰੇ ਫੈਸਲੇ ਸਪੀਕਰ ਲੈਂਦਾ। ਸੋ ਇਸ ਕਰਕੇ ਸਪੀਕਰਾਂ ਦੀ ਜ਼ਿੰਮੇਵਾਰੀ ਆ, ਪੁਰਾਣਿਆਂ ਦੀ ਨਵੇਂ ਸਪੀਕਰ ਸਾਹਿਬ ਦੀ ਜ਼ਿੰਮੇਵਾਰੀ ਆ। ਜੇ ਕੋਈ ਇਹੋ ਜਿਹਾ ਗੰਭੀਰ ਗੈਪ ਆ, ਉਹਨੂੰ ਦੂਰ ਕਰਨਾ ਚਾਹੀਦਾ ਛੇਤੀ ਤੋਂ ਛੇਤੀ। ਹੁਣ ਤੱਕ ਕਿਉਂ ਨਹੀਂ ਕੀਤਾ ਜਾ ਸਕਿਆ, ਉਹਦੀ ਜ਼ਿੰਮੇਵਾਰੀ ਵੀ ਟਿਕਣੀ ਚਾਹੀਦੀ ਆ। ਕਈ ਵਾਰ ਗਲਤੀ ਦਰੁਸਤ ਕਰ ਲੈਂਦੇ ਆ, ਜ਼ਿੰਮੇਵਾਰੀ ਕੋਈ ਉਹਦੀ ਟਿਕਦੇ ਨਹੀਂ। ਇਹ ਵੀ ਆਪਦੇ ਆਪ 'ਚ ਕਿਹੋ ਜਿਹਾ ਰੁਝਾਨ ਆ, ਅਗਲਾ ਕਰਕੇ ਤੁਰਦਾ ਬਣਦਾ, ਬਾਅਦ 'ਚ ਅਗਲਾ ਕਹਿੰਦਾ ਦੇਖੀ ਜੂ ਆਪਾਂ ਨੂੰ ਕਿਹਨੇ ਪੁੱਛਣਾ। ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ ਜੇ ਕੋਈ ਇਹੋ ਜਿਹੀ ਗੰਭੀਰ ਕੁਤਾਹੀ ਆ ਜੀ। ਠੀਕ ਹੈ ਮਾਲੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ, ਤੁਹਾਡਾ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਧੰਨਵਾਦ। ਤਾਂ ਇਹ ਸਨ ਮਾਲਵਿੰਦਰ ਸਿੰਘ ਮਾਲੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਮਾਲੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।